Good morning, students. I hope you all are fit and fine. First of all, let's take place. I, Ramandeep Kaur, comment to be vigilant and bear in mind at all times the risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behavior. To always wear a mask, face cover, especially when in public places. To maintain a minimum distance of 6 feet from others. To wash my hands frequently and thoroughly with soap and water. Together, we will win this fight against COVID-19. Students, ਅੱਜ ਅਸੀਂ ਸੁਨਹਿਰੀ ਬੋਲੀ ਪੁਸਤਕ ਦੇ 5th ਚੈਪਟਰ ਬਿੱਲੀ ਬੋਲੀ ਮਿਆਉਂ ਕਹਾਣੀ ਜੋ ਕਿ ਅਵਤਾਰ ਸਿੰਘ ਸੰਧੂ ਦੁਆਰਾ ਲਿਖੀ ਗਈ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਲੇਖਕ ਕਮਰੇ ਵਿੱਚ ਬੈਠ ਕੇ ਬੱਚਿਆਂ ਦੇ ਲਈ ਕਹਾਣੀ ਲਿਖ ਰਿਹਾ ਹੁੰਦਾ ਹੈ, ਜਿਸ ਨੂੰ ਨਵਜੋਤ, ਸੁਖਮਨੀ ਤੇ ਦੀਪੂ ਕੋਲ ਆ ਕੇ ਪੁੱਛਦੇ ਹਨ ਕਿ ਉਹ ਕਿਹੜੀ ਕਹਾਣੀ ਲਿਖ ਰਹੇ ਹਨ। ਤਾਂ ਲੇਖਕ ਉਹਨਾਂ ਨੂੰ ਦੱਸਦਾ ਹੈ ਕਿ ਉਹ ਇੱਕ ਕਹਾਣੀ ਵਿੱਚ ਲੇਖਕ ਇਹ ਦੱਸਦਾ ਹੈ ਕਿ ਜੰਗਲ ਦਾ ਰਾਜਾ ਸ਼ੇਰ ਦੂਜੇ ਜਾਨਵਰਾਂ ਨੂੰ ਕਹਿੰਦਾ ਹੈ ਕਿ ਸਾਰੇ ਉਸ ਦਾ ਹੁਕਮ ਮੰਨਣ, ਜਿਸ ਤੋਂ ਬੱਚੇ ਇਹ ਪੁੱਛਦੇ ਹਨ ਕਿ ਜਾਨਵਰ ਵੀ ਸਾਡੇ ਵਾਂਗੂ ਬੋਲਦੇ ਹਨ, ਜਿਸ ਦੇ ਵਿੱਚ ਲੇਖਕ ਕਹਿੰਦਾ ਹੈ ਕਿ ਹਾਂ, ਕਿ ਜਾਨਵਰ ਵੀ ਸਾਡੇ ਵਾਂਗੂ ਬੋਲਦੇ ਹਨ, ਹੱਸਦੇ ਹਨ ਅਤੇ ਗੱਲਾਂ ਕਰਦੇ ਹਨ। ਸਾਰੇ ਬੱਚੇ ਇਹ ਸੁਣ ਕੇ ਹੈਰਾਨ ਹੋ ਜਾਂਦੇ ਹਨ, ਕਿਉਂਕਿ ਸਾਰੇ ਜਾਣੇ ਇਹ ਕਹਿੰਦੇ ਹਨ ਕਿ ਉਹਨਾਂ ਨੇ ਸਾਰੇ ਜਾਨਵਰ ਦੇਖੇ ਹਨ ਅਤੇ ਸਰਕਸ ਦੇ ਵਿੱਚ ਸਾਰੇ ਆਪਣੇ ਕਰਤੱਵ ਦਿਖਾਉਂਦੇ ਹਨ। ਜਿਸ ਦੇ ਵਿੱਚ ਦੀਪੂ ਲੇਖਕ ਨੂੰ ਬੜੀ ਹੈਰਾਨੀ ਨਾਲ ਪੁੱਛਦਾ ਹੈ ਕਿ ਜਾਨਵਰ ਸਾਡੇ ਵਾਂਗੂ ਬੋਲਦੇ ਹਨ ਅਤੇ ਨਾਲੇ ਸਮਝਦੇ ਵੀ ਹਨ। ਠੀਕ ਹੈ ਬੱਚੇ, ਨੈਕਸਟ ਪੜ੍ਹਦੇ ਹਾਂ ਜੀ ਅੱਜ। ਪਰ ਤੁਹਾਨੂੰ ਕਿੱਦਾਂ ਪਤਾ ਲੱਗਾ? ਤੁਸੀਂ ਕਿਹੜਾ ਜੰਗਲ ਵਿੱਚ ਗਏ? ਡੈਡੀ ਜੀ, ਤੁਸੀਂ ਕਦੀ ਸ਼ੇਰ ਕੋਲ ਗਏ? ਹੁਣ ਸੁਖਮਨੀ ਤੇ ਦੀਪੂ ਇੱਕ ਪਾਸੇ ਸਨ। ਭਾਈ ਸਾਹਿਬ ਜੀ, ਜਾਨਵਰ ਬੋਲਦੇ ਆ, ਸਾਡੇ ਵਾਂਗ ਗੱਲਾਂ ਵੀ ਕਰਦੇ ਆ, ਪਰ ਸਾਨੂੰ ਸਮਝ ਨਹੀਂ ਆਉਂਦੀ। ਨਵਜੋਤ ਦੀ ਗੱਲ ਕਿਸੇ ਹੱਦ ਤੱਕ ਠੀਕ ਸੀ। ਜਾਨਵਰ ਸਾਡੇ ਵਾਂਗ ਨਹੀਂ ਬੋਲਦੇ, ਮੈਂ ਤਾਂ ਕਦੀ ਉਹਨਾਂ ਨੂੰ ਗੱਲਾਂ ਕਰਦੇ ਨਹੀਂ ਦੇਖਿਆ। ਜੇ ਸਾਡੇ ਵਾਂਗ ਬੋਲਣ ਤਾਂ ਸਾਨੂੰ ਵੀ ਸਮਝ ਆ ਜਾਵੇ। ਦੀਪੂ ਆਪਣੀ ਗੱਲ ਉੱਤੇ ਅੜ ਗਿਆ। ਠੀਕ ਹੈ ਬੱਚੇ, ਇਸ ਦੇ ਵਿੱਚ ਕਹਾਣੀਕਾਰ ਇਹ ਦੱਸਦਾ ਹੈ ਕਿ ਸਾਰੇ ਇਹ ਗੱਲਾਂ ਕਰਦੇ ਹਨ ਕਿ ਜਾਨਵਰ ਸਾਡੇ ਵਾਂਗੂ ਬੋਲਦੇ ਹਨ ਅਤੇ ਗੱਲਾਂ ਵੀ ਕਰਦੇ ਹਨ ਅਤੇ ਸਮਝਦੇ ਵੀ ਹਨ, ਪਰ ਨਵਜੋਤ ਦੀਪੂ ਨੂੰ ਇਹ ਵੀ ਦੱਸਦੀ ਹੈ ਕਿ ਉਹ ਸਾਡੇ ਵਾਂਗੂ ਹੱਸਦੇ ਵੀ ਹਨ। ਪਰ ਦੀਪੂ ਇਸ ਗੱਲ 'ਤੇ ਅੜ ਜਾਂਦਾ ਹੈ ਕਿ ਜਾਨਵਰ ਸਾਡੇ ਵਾਂਗੂ ਬੋਲ ਨਹੀਂ ਸਕਦੇ ਹਨ ਅਤੇ ਨਾ ਹੀ ਸਮਝ ਸਕਦੇ ਹਨ। ਜੇ ਉਹ ਬੋਲਦੇ ਹੁੰਦੇ ਤਾਂ ਸਾਨੂੰ ਵੀ ਸਮਝ ਆ ਜਾਣੀ ਚਾਹੀਦੀ ਸੀ। ਅੜ ਜਾਣ ਦਾ ਮਤਲਬ ਹੁੰਦਾ ਹੈ ਬੱਚੇ ਨਾ ਮੰਨਣਾ। ਨੈਕਸਟ ਹੈ ਬੱਚੇ, ਡੈਡੀ ਜੀ, ਤੁਸੀਂ ਬਾਕੀ ਕਹਾਣੀ ਸੁਣਾਓ। ਨਹੀਂ ਮਾਸਟਰ ਜੀ, ਪਹਿਲਾਂ ਦੱਸੋ ਜਾਨਵਰਾਂ ਦੀਆਂ ਗੱਲਾਂ ਦਾ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ? ਮਾਣੋ ਆ ਗਈ। ਮਾਣੋ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਸੁਖਮਨੀ ਨੇ ਕਿਲਕਾਰੀ ਮਾਰੀ। ਹੁਣ ਸਾਰਿਆਂ ਦਾ ਧਿਆਨ ਮਾਣੋ ਵੱਲ ਸੀ। ਦਰਵਾਜ਼ੇ ਕੋਲ ਆ ਕੇ ਬਿੱਲੀ ਰੁਕ ਗਈ। ਕਾਲੇ ਰੰਗ ਦੀ ਬਿੱਲੀ ਦਿਨ ਵਿੱਚ ਕਈ ਵਾਰ ਸਾਡੇ ਘਰ ਆ ਜਾਂਦੀ ਸੀ। ਛੋਟੇ ਸੁਖਮਨੀ ਨਾਲ ਉਸ ਦਾ ਖਾਸ ਮੋਹ ਸੀ। ਉਹ ਸਾਨੂੰ ਕਈ ਵਾਰ ਘੂਰਦੀ, ਪਰ ਸੁਖਮਨੀ ਨਾਲ ਖੇਡਦੀ ਰਹਿੰਦੀ। ਠੀਕ ਹੈ ਬੱਚੇ, ਜਦੋਂ ਸਾਰੇ ਬੱਚੇ ਲੇਖਕ ਨੂੰ ਪੁੱਛਦੇ ਹਨ ਕਿ ਉਹ ਗੱਲਾਂ ਕਿਵੇਂ ਕਰਦੇ ਹਨ, ਤਾਂ ਉਸ ਟਾਈਮ ਦੇ ਵਿੱਚ ਦਰਵਾਜ਼ੇ ਦੇ ਕੋਲ ਇੱਕ ਬਿੱਲੀ ਆ ਜਾਂਦੀ ਹੈ ਜੋ ਕਿ ਕਾਲੇ ਰੰਗ ਦੀ ਹੁੰਦੀ ਹੈ ਅਤੇ ਸੁਖਮਨੀ ਦੇ ਨਾਲ ਉਸ ਦਾ ਬਹੁਤ ਪਿਆਰ ਹੁੰਦਾ ਹੈ। ਠੀਕ ਹੈ ਬੱਚੇ, ਮੋਹ ਦਾ ਮਤਲਬ ਹੁੰਦਾ ਪਿਆਰ, ਇਸ਼ਾਰੇ ਦਾ ਮਤਲਬ ਹੁੰਦਾ ਸੰਕੇਤ। ਠੀਕ ਹੈ ਬੱਚੇ, ਨੈਕਸਟ ਹੈ ਮਿਆਉਂ। ਬਿੱਲੀ ਬੋਲੀ ਅਤੇ ਦਰਵਾਜ਼ੇ ਕੋਲ ਆ ਕੇ ਬੈਠ ਗਈ। ਦੀਪੂ, ਪਤਾ ਬਿੱਲੀ ਨੇ ਕੀ ਕਿਹਾ? ਮੈਂ ਦੀਪੂ ਤੋਂ ਪੁੱਛਿਆ। ਜੀ ਨਹੀਂ ਪੁੱਤਰ ਜੀ,
ਜਿਸ ਤਰ੍ਹਾਂ ਤੁਸੀਂ ਕਿਸੇ ਦੇ ਘਰ ਜਾਣ ਸਮੇਂ ਪੁੱਛਦੇ ਹੋ, ਆਂਟੀ ਜੀ ਮੈਂ ਅੰਦਰ ਆ ਜਾਵਾਂ, ਮਾਣੋ ਵੀ ਸਾਥੋਂ ਪੁੱਛਦੀ ਹੈ। ਕਿੱਦਾਂ ਮਿਆਉਂ ਦਾ ਅਰਥ ਹੈ ਮੈਂ ਆਊਂ। ਤੁਸੀਂ ਕਿੱਦਾਂ ਸਮਝ ਲਿਆ? ਦੀਪੂ ਹੈਰਾਨ ਸੀ। ਮਿਆਉਂ ਮਿਆਉਂ, ਮਾਣੋ ਸਾਡੇ ਵੱਲ ਦੇਖ ਕੇ ਫਿਰ ਬੋਲ ਪਈ। ਠੀਕ ਹੈ ਬੱਚੇ, ਇਸ ਦੇ ਵਿੱਚ ਕਹਾਣੀਕਾਰ ਇਹ ਦੱਸਦਾ ਹੈ ਕਿ ਬਿੱਲੀ ਦਰਵਾਜ਼ੇ ਕੋਲ ਆ ਜਾਂਦੀ ਹੈ ਅਤੇ ਦੀਪੂ ਬਿੱਲੀ ਨੂੰ ਦੇਖ ਕੇ ਪੁੱਛਦਾ ਹੈ ਕਿ ਇਹ ਕੀ ਕਹਿ ਰਹੀ ਹੈ। ਤਾਂ ਲੇਖਕ ਉਸ ਨੂੰ ਪੁੱਛਦਾ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਦੇ ਘਰ ਜਾ ਕੇ ਅੰਦਰ ਆਉਣ ਬਾਰੇ ਪੁੱਛਦੇ ਹਾਂ, ਇਸੇ ਤਰ੍ਹਾਂ ਬਿੱਲੀ ਵੀ ਸਾਨੂੰ ਅੰਦਰ ਆਉਣ ਬਾਰੇ ਪੁੱਛਦੀ ਹੈ। ਮਿਆਉਂ ਦਾ ਕੀ ਅਰਥ ਹੈ? ਮੈਂ ਆਊਂ। ਆ ਜਾ ਅੰਦਰ, ਆਪਾਂ ਖੇਡਾਂਗੇ, ਆ ਜਾ ਆ ਜਾ। ਸੁਖਮਣੀ ਹੱਸਦਾ ਹੋਇਆ ਹੱਥ ਦਾ ਇਸ਼ਾਰਾ ਕਰ ਰਿਹਾ ਸੀ। ਬਿੱਲੀ ਖੜੀ ਹੋ ਗਈ ਤੇ ਪੂੰਛ ਹਿਲਾਉਂਦੀ ਹੋਈ ਸੁਖਮਣੀ ਦੇ ਕੋਲ ਆ ਖੜੋ ਗਈ। ਅਸੀਂ ਸਾਰੇ ਹੈਰਾਨ ਸਾਂ। ਦੀਪੂ ਮੇਰੇ ਵੱਲ ਦੇਖ ਰਿਹਾ ਸੀ। ਨਵਜੋਤ ਵੀ ਖੁਸ਼ ਸੀ। ਬੱਚਿਆਂ ਨਾਲੋਂ ਵੱਧ ਮੈਨੂੰ ਖੁਸ਼ੀ ਹੋਈ ਕਿਉਂਕਿ ਮਾਣੋ ਨੇ ਅੰਦਰ ਆ ਕੇ ਸਾਡੀ ਬਹਿਸ ਹੀ ਖਤਮ ਨਹੀਂ ਸੀ ਕੀਤੀ, ਬਲਕਿ ਇਹ ਵੀ ਦੱਸ ਦਿੱਤਾ ਸੀ ਕਿ ਲੇਖਕ ਜਾਨਵਰਾਂ ਦੀ ਬੋਲੀ ਸਮਝਦੇ ਹਨ। ਇਸ ਕਰਕੇ ਉਹਨਾਂ ਦੀਆਂ ਆਪਣੀਆਂ ਕਹਾਣੀਆਂ ਵਿੱਚ ਸ਼ੇਰ, ਹਾਥੀ, ਰਿੱਛ, ਚਿੜੀ, ਕਾਂ ਤੇ ਕਬੂਤਰ ਖੂਬ ਗੱਲਾਂ ਕਰਦੇ ਹਨ। ਬੱਚੇ ਮਾਣੋ ਨਾਲ ਖੇਡਣ ਲੱਗ ਪਏ ਤੇ ਮੈਂ ਆਪਣੀ ਅਧੂਰੀ ਕਹਾਣੀ ਪੂਰੀ ਕਰਨ ਲਈ ਕਾਗਜ਼ ਕਲਮ ਚੁੱਕ ਲਏ। ਅਧੂਰੀ ਦਾ ਮਤਲਬ ਹੁੰਦਾ ਹੈ ਬੱਚੇ ਅੱਧੀ ਰਹਿ ਗਈ। ਠੀਕ ਹੈ ਬੱਚੇ, ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਬਿੱਲੀ ਮਿਆਉਂ ਕਰਦੀ ਹੈ ਤਾਂ ਸੁਖਮਣੀ ਉਸ ਨੂੰ ਅੰਦਰ ਆਉਣ ਬਾਰੇ ਕਹਿੰਦੀ ਹੈ। ਤਾਂ ਬਿੱਲੀ ਖੜੀ ਹੋ ਕੇ ਪੂੰਛ ਹਿਲਾਉਂਦੀ ਹੋਈ ਸੁਖਮਣੀ ਦੀ ਗੱਲ ਮੰਨਦੇ ਹੋਏ ਅੰਦਰ ਆ ਜਾਂਦੀ ਹੈ, ਜਿਸ ਨੂੰ ਦੇਖ ਕੇ ਦੀਪੂ ਹੈਰਾਨ ਹੋ ਜਾਂਦਾ ਹੈ ਤੇ ਨਵਜੋਤ ਵੀ ਖੁਸ਼ ਹੋ ਜਾਂਦਾ ਹੈ। ਇਸ ਦੇ ਨਾਲ ਬਿੱਲੀ ਜਦੋਂ ਅੰਦਰ ਆਉਂਦੀ ਹੈ ਤਾਂ ਲੇਖਕ ਇਹ ਕਹਿੰਦਾ ਹੈ ਕਿ ਉਸ ਬਿੱਲੀ ਨੇ ਸਾਡੀ ਬਹਿਸ ਹੀ ਮੁਕਾ ਦਿੱਤੀ ਸੀ, ਕਿਉਂਕਿ ਜਦੋਂ ਸੁਖਮਣੀ ਨੇ ਉਸਨੂੰ ਅੰਦਰ ਆਉਣ ਦੇ ਲਈ ਕਿਹਾ ਤਾਂ ਉਹ ਸਮਝ ਗਈ ਤੇ ਉਹ ਅੰਦਰ ਆ ਗਈ ਸੀ। ਇਸ ਤਰ੍ਹਾਂ ਲੇਖਕ ਦੱਸਦਾ ਹੈ ਕਿ ਉਸਦੀਆਂ ਕਹਾਣੀਆਂ ਦੇ ਵਿੱਚ ਸ਼ੇਰ, ਹਾਥੀ, ਰਿੱਛ, ਚਿੜੀ, ਕਾਂ ਅਤੇ ਕਬੂਤਰ ਸਾਰੇ ਉਸਦੀਆਂ ਗੱਲਾਂ ਕਰਦੇ ਹਨ ਤੇ ਸੁਣਦੇ ਹਨ। ਇਸ ਤੋਂ ਬਾਅਦ ਸਾਰੇ ਬੱਚੇ ਬਿੱਲੀ ਨਾਲ ਖੇਡਦੇ ਹਨ ਤੇ ਲੇਖਕ ਆਪਣੀ ਅਧੂਰੀ ਕਹਾਣੀ ਪੂਰੀ ਕਰਦਾ ਹੈ। ਨੈਕਸਟ ਹੈ ਬੱਚੇ ਸ਼ਬਦਾਰਥ। ਯਕੀਨ, ਭਰੋਸਾ, ਅਜੀਬ, ਅਦਭੁਤ, ਮੋਹ, ਪਿਆਰ, ਅਧੂਰੀ, ਅੱਧੀ ਰਹਿ ਗਈ, ਫਰਮਾਇਸ਼, ਮੰਗ, ਸ਼ਾਂਤ, ਠੰਡਾ, ਸਾਥੀ, ਦੋਸਤ, ਇਸ਼ਾਰਾ, ਸੰਕੇਤ, ਘੂਰਦੀ, ਗੁੱਸੇ ਹੁੰਦੀ, ਕਿਲਕਾਰੀ ਮਾਰਨਾ, ਖੁਸ਼ੀ ਨਾਲ ਚੀਕਣਾ। ਠੀਕ ਹੈ ਬੱਚੇ, ਇਹ ਸੀ ਸ਼ਬਦਾਰਥ। ਨੈਕਸਟ ਹੈ ਬੱਚੇ ਪ੍ਰਸ਼ਨ ਉੱਤਰ। ਬਾਹਰੋਂ ਖੇਡ ਕੇ ਕੌਣ ਕੌਣ ਆਇਆ ਸੀ? ਬਾਹਰੋਂ ਖੇਡ ਕੇ ਨਵਜੋਤ, ਸੁਖਮਣੀ ਤੇ ਦੀਪੂ ਆਏ ਸਨ। ਲੇਖਕ ਕਿਹਨਾਂ ਲਈ ਕਹਾਣੀ ਲਿਖ ਰਿਹਾ ਸੀ? ਲੇਖਕ ਬੱਚਿਆਂ ਦੇ ਲਈ ਕਹਾਣੀ ਲਿਖ ਰਿਹਾ ਸੀ। ਥਰਡ ਆ ਬੱਚੇ, ਕਹਾਣੀ ਕਿਸ ਨੇ ਪੜ੍ਹ ਕੇ ਸੁਣਾਉਣੀ ਸ਼ੁਰੂ ਕਰ ਦਿੱਤੀ? ਕਹਾਣੀ ਨਵਜੋਤ ਨੇ ਪੜ੍ਹ ਕੇ ਸੁਣਾਉਣੀ ਸ਼ੁਰੂ ਕੀਤੀ। ਲੇਖਕ ਨੂੰ ਦੀਪੂ ਦਾ ਕਿਹੜਾ ਸਵਾਲ ਸੁਣ ਕੇ ਹੈਰਾਨੀ ਹੋਈ? ਲੇਖਕ ਨੂੰ ਜਦੋਂ ਦੀਪੂ ਨੇ ਕਿਹਾ ਕਿ ਸ਼ੇਰ, ਹਾਥੀ, ਚੀਤਾ ਤੇ ਰਿੱਛ ਸਾਡੇ ਵਾਂਗ ਗੱਲਾਂ ਕਰਦੇ ਹਨ, ਪਰ ਤੁਹਾਨੂੰ ਉਹਨਾਂ ਦੀਆਂ ਗੱਲਾਂ ਦਾ ਪਤਾ ਕਿੱਦਾਂ ਲੱਗਾ, ਤਾਂ ਲੇਖਕ ਨੂੰ ਸੁਣ ਕੇ ਹੈਰਾਨੀ ਹੋਈ। ਦੀਪੂ ਕਿਹੜੀ ਗੱਲ ਤੇ ਅੜ ਗਿਆ ਸੀ? ਦੀਪੂ ਇਸ ਗੱਲ ਤੇ ਅੜ ਗਿਆ ਸੀ ਕਿ ਲੇਖਕ ਜੀ ਪਹਿਲਾਂ ਦੱਸੋ, ਜਾਨਵਰਾਂ ਦੀਆਂ ਗੱਲਾਂ ਦਾ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ? ਲੇਖਕ ਨੇ ਮਿਆਉਂ ਦਾ ਕੀ ਅਰਥ ਦੱਸਿਆ? ਲੇਖਕ ਨੇ ਮਿਆਉਂ ਦਾ ਅਰਥ ਮੈਂ ਆਊਂ ਦੱਸਿਆ। ਇਹ ਕਿਵੇਂ ਸਿੱਧ ਹੋਇਆ ਕਿ ਜਾਨਵਰ ਗੱਲਾਂ ਕਰਦੇ ਹਨ? ਸਾਰੇ ਆਪਸ ਵਿੱਚ ਬਹਿਸ ਕਰਨ ਲੱਗੇ, ਪਰ ਜਦੋਂ ਮਾਣੋ ਬਿੱਲੀ ਆ ਕੇ ਦਰਵਾਜ਼ੇ ਕੋਲ ਬੈਠ ਗਈ ਤੇ ਮਿਆਉਂ ਮਿਆਉਂ ਕਰਨ ਲੱਗੀ ਤਾਂ ਲੇਖਕ ਨੇ ਕਿਹਾ ਕਿ ਉਹ ਮਾਣੋ ਬਿੱਲੀ ਅੰਦਰ ਆਉਣ ਲਈ ਪੁੱਛ ਰਹੀ ਹੈ, ਤਾਂ ਸਿੱਧ ਹੋਇਆ ਕਿ ਜਾਨਵਰ ਗੱਲਾਂ ਕਰਦੇ ਹਨ। ਠੀਕ ਹੈ ਬੱਚੇ, ਇਹ ਸੀ ਆਪਣੇ ਕੁਐਸਚਨ ਆਨਸਰ। ਨੈਕਸਟ ਹੈ ਬੱਚੇ ਵਾਕਾਂ ਵਿੱਚ ਵਰਤੋ। ਫਸਟ ਹੈ ਬੱਚੇ ਕਹਾਣੀ। ਮੈਂ ਪੰਛੀਆਂ ਬਾਰੇ ਕਹਾਣੀ ਪੜ੍ਹੀ ਹੈ। ਧਿਆਨ ਨਾਲ ਸਾਰੇ ਲੇਖਕ ਦੀ ਕਹਾਣੀ ਧਿਆਨ ਨਾਲ ਸੁਣ ਰਹੇ ਸਨ।
ਯਕੀਨ, ਸਾਨੂੰ ਪਰਮਾਤਮਾ ਉੱਤੇ ਯਕੀਨ ਰੱਖਣਾ ਚਾਹੀਦਾ ਹੈ। ਯਕੀਨ ਦਾ ਕੀ ਮਤਲਬ ਹੁੰਦਾ ਬੱਚੇ? ਭਰੋਸਾ। ਸ਼ਾਂਤ, ਰਮਨ ਸ਼ਾਂਤ ਸੁਭਾਅ ਦਾ ਮੁੰਡਾ ਹੈ। ਹੁੰਗਾਰਾ, ਦੀਪੂ ਨੇ ਲੇਖਕ ਦੀ ਗੱਲ ਦਾ ਹੁੰਗਾਰਾ ਭਰਿਆ। ਹੁੰਗਾਰਾ ਭਰਨਾ, ਹਾਮੀ ਭਰਨੀ। ਕਿਲਕਾਰੀਆਂ, ਸੁਖਮਣੀ ਮਾਣੋ ਬਿੱਲੀ ਨੂੰ ਵੇਖ ਕੇ ਕਿਲਕਾਰੀਆਂ ਮਾਰਨ ਲੱਗੀ। ਅੜ ਜਾਣਾ, ਦੀਪੂ ਆਪਣੀ ਗੱਲ 'ਤੇ ਅੜ ਗਿਆ। ਠੀਕ ਹੈ ਬੱਚੇ, ਇਹ ਤੁਸੀਂ ਆਪਣਾ ਵਰਕ ਨੋਟ ਕਾਪੀ ਉੱਪਰ ਕਰਨਾ ਬੱਚੇ, ਸਾਫ਼ ਸਾਫ਼ ਰਾਈਟਿੰਗ ਦੇ ਵਿੱਚ। ਓਕੇ ਬੱਚੇ, ਹੈਵ ਅ ਨਾਈਸ ਡੇ।